सर रौनक आ गई ਹੁਣ ਇੱਕਾ ਦੁੱਕਾ ਕਸਟਮਰ ਨਿਕਲਿਆ ਠੰਡ ਅੱਗੇ ਸੀਗੀ ਬੜੀ ਅੱਜ ਸੂਰਜ ਨਿਕਲਿਆ ਤੇ ਨਿਕਲੇ ਹੌਲੀ ਹੌਲੀ ਬਾਹਰ ਨੂੰ ਹੁਣ ਆਪਣੇ ਕੋਲ ਤਿੰਨ ਟਰੈਕਟਰ ਨੇ ਮੁਕਾਬਲੇ ਦੇ ਇੱਕ 385 ਹੈ ਇੱਕ ਦਬੰਗ ਹੈ ਇੱਕ ATS ਹੈ ਤੇ ਅਸੀਂ ਸਾਰਿਆਂ ਨੂੰ ਦਿਖਾ ਰਹੇ ਹਾਂ ਵੀ ਇਹ ਦਬੰਗ ਇਹ ਕਰ ਰਿਹਾ ਵਾ ATS ਇਹ ਕਰ ਰਿਹਾ ਤੇ 85 ਇਹ ਕਰ ਰਿਹਾ ਤੇ ਮੈਰਿਟ ਤੇ ਕਰ ਰਹੇ ਆ ਨਾ ਕਿਸੇ ਨਾਲ ਰਿਸ਼ਤੇਦਾਰੀ ਹੈ ਤੇ ਨਾ ਕਿਸੇ ਨਾਲ ਕੋਈ ਲੈਣ ਦੇਣ ਹੈ 24 ਮਾਡਲ ਆਏ ਆਫਰਾਂ ਵੀ ਕੰਪਨੀ ਨੇ ਦੇ ਕੇ ਵੇਖ ਲਈਆਂ ਟਰੈਕਟਰ ਨਹੀਂ ਸੇਲ ਹੋਇਆ ਦੀ ਵਜ੍ਹਾ ਕਿ ਜ਼ਿਮੀਂਦਾਰ ਦੇ ਪੱਲੇ ਕੱਖ ਨਹੀਂ ਪੈਸਾ ਕੋਈ ਨਹੀਂ ਠੇਕੇ ਜਿਹੜੇ ਆ ਉਹ ਵੱਧ ਗਏ ਤੇ ਫਸਲਾਂ ਦੇ ਰੇਟ नहीं है ਤੇ ਗਾਂ ਉਮੀਦ ਵੀ ਕੋਈ ਨਹੀਂ ਹੈ ਕਿ ਫਸਲਾਂ ਦੇ ਰੇਟ ਵਧਣਗੇ लेकिन मार्केट ठंडी है गाहक ਜਿਹੜਾ ਇੱਕਾ ਦੁੱਕਾ ਨਜ਼ਰ ਆਉਂਦਾ ਪਿਆ ਹੈ ਕਿਉਂਕਿ ਜ਼ਮੀਂਦਾਰਾਂ ਦੇ ਪੱਲੇ ਕੁਝ ਨਹੀਂ ਹੈਗਾ ਮਹਿੰਗਾਈ ਬੜੀ ਹੈ ਟਰੈਕਟਰਾਂ ਦੀ ਕੀਮਤਾਂ ਆਸਮਾਨ ਤੇ ਹੈਗੀਆਂ ਨੇ ਤੇ ਜਦੋਂ ਜ਼ਮੀਂਦਾਰ ਦੀ ਜਿਹੜੀ ਮਕਈ ਹੈ ਉਹ ਵਿਕਦੀ ਨਹੀਂ ਪਈ ਨਾ ਕੋਈ ਖਰੀਦਾਰ ਹੈ। ਵਾਲੇਕੁਮ ਦੋਸਤੋ ਆਪਣਾ ਚੈਨਲ ਪੀਕੇ ਤੇ ਖੁਸ਼ ਆਮਦੀਦ ਕਹਿੰਦੇ ਸਾਰੇ ਭਰਾਵਾਂ ਨੂੰ। ਦੋਸਤੋ ਲਾਹੌਰ ਟਰੈਕਟਰ ਮਾਰਕੀਟ ਦੇ ਵਿੱਚ ਮੌਜੂਦ ਆ ਮਾਸ਼ਾਅੱਲਾ। ਅੱਜ ਸਾਡੇ ਕੋਲ ਵੱਡੇ ਵੱਡੇ ਯੂਟਿਊਬਰ ਆਏ ਨੇ ਜੀ। ਯਾਸਰ ਭਾਈ ਟਰੈਕਟਰ ਜ਼ੋਨ, ਬਲਾਲ ਭਾਈ ਆਪਣਾ ਪਾਕਿਸਤਾਨ YouTube ਚੈਨਲ, ਅਸਲਮ ਬੱਟੂ ਸਾਹਿਬ ਜੀ ਪਾਕਿਸਤਾਨ ਡਿਜੀਟਲ ਕਿਸਾਨ ਪਾਕਿਸਤਾਨ ਵਾਲੇ, ਉਹਨਾਂ ਦਾ ਵੀ ਮਜ਼ੀਦ ਰਾਏ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਸਾਡੇ ਨਾਲ ਬੱਧੇ ਰਹੋ ਇਨਸ਼ਾਅੱਲਾ। ਤੁਹਾਨੂੰ ਅੱਜ ਦੀ ਮੁਕੰਮਲ ਅਪਡੇਟ ਵੀ ਦੇਵਾਂਗੇ ਲਾਹੌਰ ਟਰੈਕਟਰ ਮਾਰਕੀਟ ਦੀ। ਇਸ ਤੋਂ ਇਲਾਵਾ ਡਿਲੈਕਸ ਮਾਡਲ ਕਦੋਂ ਤੱਕ ਆਉਣਗੇ ਮਜ਼ੀਦ ਇਹਦੇ ਬਾਰੇ ਵੀ ਤੁਹਾਨੂੰ ਮਾਲੂਮਾਤ ਵਗੈਰਾ ਦੇਵਾਂਗੇ ਜੀ ਅੱਜ ਦੀ ਵੀਡੀਓ 'ਚ। ਵਾਲੇਕੁਮ ਸਲਾਮ ਸਰ, ਅੱਲਾ ਦਾ ਕਰਮ ਵੀਰ ਜੀ। ਸਰ ਧੱਕੇ ਖਾ ਰਹੇ ਆ ਸਰ ਲੋੜ ਦੀਆਂ ਸੜਕਾਂ ਦੇ ਉੱਤੇ। ਇਹ ਟਰੈਕਟਰ ਦੇ ਮਾਰਕੀਟ ਦੇ ਲਿਹਾਜ਼ ਨਾਲ ਲੋਕ ਬੰਦਾ ਮਿਲਦਾ ਵੀ ਉਹਨੂੰ ਗੱਲਬਾਤ ਪੁੱਛਦੇ ਆ ਵੀ ਆ ਤੁਸੀਂ ਵੀ ਬਣਾਉਂਦੇ ਹੋ। ਬਿਲਾਲ ਸਾਹਿਬ ਦੀਆਂ ਗੱਲਾਂ ਸੁਣੀ ਦੀਆਂ, ਅਸੀਂ ਕਿਹਾ ਵੀ ਅਸੀਂ ਪੁੱਛੀਏ ਲੋਕਾਂ ਨੂੰ ਪੁੱਛੀਆਂ ਦਸੀਆਂ ਜਿਹੜੀ ਗੱਲ ਤੁਹਾਨੂੰ ਦੱਸਦੇ ਉਹੀ ਸਾਨੂੰ ਦੱਸਦੇ ਆ, ਉਹ ਮੁਖਤਲਿਫ ਨਹੀਂ ਆ। ਤੇ ਬਾਕੀ 2024 ਚੜ ਪਿਆ ਕਹਿੰਦੇ ਤੇ ਚੇਸੀ ਪੱਤਰੀਆਂ ਦੇ ਉੱਤੇ ਲਿਖਿਆ ਗਿਆ। ਸਰ ਰੌਣਕਾਂ ਆ ਗਈਆਂ ਹੁਣ ਇੱਕਾ ਦੁੱਕਾ ਕਸਟਮਰ ਨਿਕਲਿਆ ਠੰਡ ਅੱਗੇ ਸੀਗੀ ਬੜੀ ਅੱਜ ਸੂਰਜ ਨਿਕਲਿਆ ਤੇ ਨਿਕਲੇ ਹੌਲੀ ਹੌਲੀ ਬਾਹਰ ਨੂੰ। ਹਾਂ ਬਾਕੀ ਬੱਟੂ ਸਾਹਿਬ ਦੱਸਣਗੇ ਜੀ ਗੱਲ। ਜੀ ਵਾਲੇकुम सलाम जी, अल्हम्दुलिल्लाह मैं ठीक हाँ। मार्केट च आए हैं लेकिन मार्केट ठंडी है गाहक ਜਿਹੜਾ ਇੱਕਾ ਦੁੱਕਾ ਨਜ਼ਰ ਆਉਂਦਾ ਪਿਆ ਹੈ ਕਿਉਂਕਿ ਜ਼ਮੀਂਦਾਰਾਂ ਦੇ ਪੱਲੇ ਕੁਝ ਨਹੀਂ ਹੈਗਾ ਮਹਿੰਗਾਈ ਬੜੀ ਹੈ ਟਰੈਕਟਰਾਂ ਦੀ ਕੀਮਤਾਂ ਆਸਮਾਨ ਤੇ ਹੈਗੀਆਂ ਨੇ ਤੇ ਜਦੋਂ ਜ਼ਮੀਂਦਾਰ ਦੀ ਜਿਹੜੀ ਮਕਈ ਹੈ ਉਹ ਵਿਕਦੀ ਨਹੀਂ ਪਈ ਨਾ ਕੋਈ ਖਰੀਦਾਰ ਹੈ। ਇਸੇ ਤਰੀਕੇ ਆਲੂ ਦਾ ਰੇਟ ਵੀ ਘਟ ਹੋ ਗਿਆ। ਅਗਰ ਕਿਸਾਨਾਂ ਕੋਲ ਪੈਸੇ ਹੋਣਗੇ ਜ਼ਮੀਂਦਾਰ ਸ਼ਹਿਰ ਆਵੇਗਾ ਤੇ ਟਰੈਕਟਰ ਲਵੇਗਾ। ਇਹ ਰੌਣਕਾਂ ਜਿਹੜੀਆਂ ਨਾ ਦੁਬਾਲਾ ਹੋ ਜਾਸਣ ਤੇ ਜਿੰਨੀ ਦੇਰ ਕਿਸਾਨਾਂ ਦੀ ਜੇਬ ਖਾਲੀ ਹੈ ਮੇਰਾ ਨਹੀਂ ਖਿਆਲ ਵੀ ਰੌਣਕਾਂ ਬਹਾਲ ਹੋਣਗੀਆਂ ਜੀ। ਸਾਡੀ ਤਾਂ ਫੁੱਲ ਕੋਸ਼ਿਸ਼ ਹੈ ਵੀ ਸਾਡੇ ਪੇਜ ਤੋਂ ਜਾਂ ਸਾਡੇ YouTube ਚੈਨਲ ਤੋਂ ਕਿਸਾਨ ਵੀਰ ਭਰਾਵਾਂ ਨੂੰ ਕੁਝ ਨਾ ਕੁਝ ਮਾਲੂਮਾਤ ਮਿਲੇ ਤੇ ਉਹਦੇ ਤੋਂ ਫਾਇਦਾ ਉਠਾਵਣ। ਲੇਕਿਨ ਜਿਸ ਤਰ੍ਹਾਂ ਤੁਹਾਨੂੰ ਮਾਲੂਮ ਹੈ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਜ਼ਰਾਅਤ ਹੈ ਉਹ ਰੀੜ ਦੀ ਹੱਡੀ ਹੈ ਮੁਇਸ਼ਤ ਦੀ ਤੇ ਸਾਡੀ ਜਿਹੜੀ ਮੌਜੂਦਾ ਹਕੂਮਤ ਹੈ ਇਹ ਤਾਂ ਬਈ ਰੀੜ ਦੀ ਹੱਡੀ ਤੋੜਨ ਤੇ ਲੱਗੀ ਹੋਈ ਹੈ। ਬਲਕਿ ਲਓ ਜੀ ਬਿਲਾਲ ਭਾਈ ਗੱਲ ਮੁਕਾ ਦਿੱਤੀ, ਤੋੜੀ ਖੜੀ ਹੈ। ਮੈਂ ਵੀ ਐਗਰੀ ਹਾਂ ਜੀ ਤੁਹਾਡੇ ਨਾਲ ਕਿਉਂਕਿ ਮਕਈ ਦਾ ਰੇਟ ਕੋਈ ਨਹੀਂ, ਆਲੂ ਦਾ ਰੇਟ ਕੋਈ ਨਹੀਂ, ਮੂੰਜੀ ਦਾ ਰੇਟ ਜਦੋਂ 5000 ਹੈਗਾ ਸੀ ਉਦੋਂ ਜਨਾਬ ਕਿਸਾਨਾਂ ਦੀ ਮੂੰਜੀ ਉਤਰੀ ਨਹੀਂ ਸੀ। ਜਦੋਂ ਕਿਸਾਨਾਂ ਦੀ ਮੂੰਜੀ ਉਤਰੀ ਉਦੋਂ ਫਿਰ 4000 ਹੋ ਗਿਆ। ਸਭ ਇੰਜ ਦੇ ਹਾਲਾਤ ਕਦੇ ਨਹੀਂ ਮਾਰਕੀਟ 'ਚ ਪੈਦਾ ਹੋਏ ਜਿਸ ਤਰ੍ਹਾਂ ਦੇ ਹੁਣ ਬਣੇ ਪਏ ਆ ਜੀ ਤੇ ਬਾਕੀ ਅੱਜ ਵੱਡੇ ਯੂਟਿਊਬਰ ਨੇ ਸਾਡੇ ਉਸਤਾਦ ਨੇ ਇਹਨਾਂ ਕੋਈ ਰਾਏ ਪੁੱਛੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਹਾਂਜੀ ਅੱਲਾ ਦਾ ਸ਼ੁਕਰ, ਅੱਲਾ ਦਾ ਸ਼ੁਕਰ। ਅੱਜ ਲਾਹੌਰ ਮਾਰਕੀਟ ਆਇਆ ਕਿ ਤੁਸੀਂ ਜਾਣੇ ਚਾਹੁੰਦੇ ਬਸ ਜੀ ਅਸੀਂ ਵੀ ਵਿਹਲੇ ਸੀ, ਕਣਕਾਂ ਨੂੰ ਪਾਣੀ ਲਾ ਲਿਆ। ਬੱਟੂ ਸਾਹਿਬ ਵੀ ਤੇ ਯਾਸਰ ਭਾਈ ਵੀ ਵਿਹਲੇ ਸੀ ਤੇ ਬਸ ਥੋੜੇ ਕੰਮ ਸੀ ਆਏ ਸੀ ਉਸ ਵਾਸਤੇ। ਤੇ ਬਾਕੀ ਜੀ ਮਾਰਕੀਟ ਜਿਹੜੀ ਆ ਉਹ ਇੰਜ ਅੱਜ ਤੱਕ ਇਸ ਤਰ੍ਹਾਂ ਦੀ ਮਾਰਕੀਟ ਨਹੀਂ ਵੇਖੀ ਜਿਸ ਤਰ੍ਹਾਂ ਦੇ ਹੁਣ ਹਾਲਾਤ। 2024 ਨਵੇਂ ਮਾਡਲ ਆਏ ਨੇ ਕੋਈ ਬੰਦਾ ਟਰੈਕਟਰ ਨਹੀਂ ਲੈ ਰਿਹਾ, ਉਹਦੀ ਵਜ੍ਹਾ ਕਿ ਲੋਕਾਂ ਕੋਲ ਪੈਸੇ ਕੋਈ ਨਹੀਂ ਤੇ ਜਿਸ ਤਰ੍ਹਾਂ ਕਿ ਹੁਣ ਹਾਲਾਤ ਇਸ ਤਰ੍ਹਾਂ ਦੇ ਹੋਏ ਜ਼ਿਮੀਂਦਾਰਾਂ ਦੇ ਕਿ ਹਰ ਕੰਮ ਹੀ ਇਹ ਨਹੀਂ ਕਿ ਟਰੈਕਟਰ ਹਜ਼ਾਰ ਸਾਰੇ ਹੀ ਯਾਨੀ ਕਿ ਕੋਈ ਸੇਲ ਨਹੀਂ ਹੈ ਕਿਸੇ ਦੀ। ਤੇ ਯਾਸਰ ਭਾਈ ਕਹਿੰਦੇ ਸੀ ਕਿ ਭੱਟੀ ਸਾਹਿਬ ਨੂੰ ਮਿਲਣਾ, ਅਸੀਂ ਇਹਨਾਂ ਦੇ ਫੈਨ ਆ ਤੇ ਸਪੈਸ਼ਲ ਭੱਟੀ ਸਾਹਿਬ ਨੂੰ ਮਿਲ ਕੇ ਆਏ ਆ। ਭੱਟੀ ਸਾਹਿਬ ਦੀਆਂ ਗੱਲਾਂ ਸੁਣੀਆਂ ਨੇ ਤੇ ਕਹਿੰਦੇ ਆ ਕਿ ਮੈਂ ਤੇ ਭਾਈ ਤੁਸੀਂ ਤਾਂ ਵੀਡੀਓ ਬਣਾ ਕੇ ਚਲੇ ਜਾਂਦੇ, ਮੈਂ ਤਾਂ ਸਾਰੀ ਦਿਹਾੜੀ ਇਹਨਾਂ ਕੋਲ ਬਹਿ ਰਵਾਂ। ਜਿਸ ਤਰ੍ਹਾਂ ਦੇ ਭੱਟੀ ਸਾਹਿਬ ਕਰ ਦਿੰਦੇ ਆ ਔਰ ਅੰਦਰ ਬੈਠੇ ਆ ਉਹਨਾਂ ਕੋਲ ਗੱਲਬਾਤ ਪੁੱਛੀ ਆ, ਉਹਨਾਂ ਦਾ ਟਰੈਕਟਰ ਇੱਕ ਵੀ ਨਹੀਂ ਸੇਲ ਹੋਇਆ ਤੇ 24 ਮਾਡਲ ਆਏ ਆਫਰਾਂ ਵੀ ਕੰਪਨੀ ਨੇ ਦੇ ਕੇ ਵੇਖ ਲਈਆਂ ਟਰੈਕਟਰ ਨਹੀਂ ਸੇਲ ਹੋਇਆ ਦੀ ਵਜ੍ਹਾ ਕਿ ਜ਼ਿਮੀਂਦਾਰ ਦੇ ਪੱਲੇ ਕੱਖ ਨਹੀਂ ਪੈਸਾ ਕੋਈ ਨਹੀਂ ਠੇਕੇ ਜਿਹੜੇ ਆ ਉਹ ਵੱਧ ਗਏ ਤੇ ਫਸਲਾਂ ਦੇ ਰੇਟ ਨਹੀਂ ਹੈ ਤੇ ਗਾਂ ਉਮੀਦ ਵੀ ਕੋਈ ਨਹੀਂ ਹੈ ਕਿ ਫਸਲਾਂ ਦੇ ਰੇਟ ਵਧਣਗੇ ਤੇ ਖਰਚੇ ਵੱਧ ਗਏ ਨੇ। ਬਾਕੀ ਟਰੈਕਟਰ ਸਸਤੇ ਨਹੀਂ ਹੋਏ, ਡੀਜ਼ਲ ਮਹਿੰਗਾ ਹਰ ਪਾਸੇ ਤੁਹਾਨੂੰ ਪਤਾ ਸੀ। ਰਲ ਕੇ ਹੀ ਕੰਮ ਕਰਨਾ ਸੀ ਨਾ ਜਾਂ ਜਿਸ ਤਰ੍ਹਾਂ ਕਹਿੰਦੇ ਕਿ ਪੈਸੇ ਖਾ ਕੇ ਕਰਨਾ ਸੀ, ਪਰ ਜਿਸ ਤਰ੍ਹਾਂ ਦਾ ਕੰਮ ਕੀਤਾ ਨਾ ਇਸ ਤਰ੍ਹਾਂ ਦਾ ਨਹੀਂ ਸੀ ਹੋਣਾ। ਅਸੀਂ ਕੰਮ ਕਰ ਰਹੇ ਹਾਂ ਮੈਰਿਟ ਤੇ। ਹੁਣ ਆਪਣੇ ਕੋਲ ਤਿੰਨ ਟਰੈਕਟਰ ਨੇ ਮੁਕਾਬਲੇ ਦੇ ਇੱਕ 385 ਹੈ ਇੱਕ ਦਬੰਗ ਹੈ ਇੱਕ ATS ਹੈ ਤੇ ਅਸੀਂ ਸਾਰਿਆਂ ਨੂੰ ਦਿਖਾ ਰਹੇ ਹਾਂ ਵੀ ਇਹ ਦਬੰਗ ਇਹ ਕਰ ਰਿਹਾ ਵਾ ਤੇ ATS ਇਹ ਕਰ ਰਿਹਾ ਤੇ 85 ਇਹ ਕਰ ਰਿਹਾ ਤੇ ਮੈਰਿਟ ਤੇ ਕਰ ਰਹੇ ਆ। ਨਾ ਕਿਸੇ ਨਾਲ ਰਿਸ਼ਤੇਦਾਰੀ ਹੈ ਤੇ ਨਾ ਕਿਸੇ ਨਾਲ ਕੋਈ ਲੈਣ ਦੇਣ ਹੈ ਤੇ ਜੇ ਕੋਈ ਲੈਣ ਦੇਣ ਹੋਏਗਾ ਤੇ ਤੁਸੀਂ ਸਮਝਦਾਰ ਹੋ, ਤੁਹਾਨੂੰ ਨਜ਼ਰ ਆਏਗਾ। ਅਸੀਂ ਹੁਣ ਜਾ ਕੇ ਕੰਪਨੀ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਮੈਰਿਟ ਤੇ ਕੀਤੀਆਂ ਨਾ, ਉਹਦੇ ਚ ਗੱਲਾਂ ਬਾਤਾਂ ਤੇ ਕਿਸੇ ਨੂੰ ਇਸ਼ੂ ਨਹੀਂ ਹੈਗਾ ਜਿਹੜੀਆਂ ਕੀਤੀਆਂ ਨੇ, ਲੇਕਿਨ ਜਾਨ ਤੇ ਇਸ਼ੂ ਹੈਗਾ। ਬਿਲਕੁਲ ਗੁੱਸਾ ਹੈ ਜ਼ਿਮੀਂਦਾਰਾਂ ਨੂੰ ਹੈ, ਉਹ ਆਪਣੀ ਜਗ੍ਹਾ ਤੇ ਹੈ।
ਲੇਕਿਨ ਬਾਹਰ ਬਹਿ ਕੇ ਤੇ ਕੰਮ ਨਹੀਂ ਹੋਣੇ। ਜੇ ਅਸੀਂ ਅੰਦਰ ਜਾ ਕੇ ਜਾਂ ਉਹਨਾਂ ਨੂੰ ਡਾਇਰੈਕਟ ਕਵਾਂਗੇ ਇੱਕ ਬਿਹਤਰੀ ਆ ਜਾਏਗੀ, ਨਾ ਆਏਗੀ ਤੇ ਇੱਥੇ ਇੱਕ ਕੰਪਨੀ ਵੀ ਆਏ ਨਾ, ਸੋਚੋ ਕਿ ਮਿਲਤ ਬੰਦ ਹੋ ਜਾਂਦੀ ਹੈ ਜਾਂ ਗਾਜ਼ੀ ਵਾਲੇ ਬੰਦ ਹੋ ਜਾਂਦੇ ਆ ਤੇ ਏਟੀਐਸ ਰਹਿ ਜਾਂਦਾ ਤੇ ਉਹਨੇ ਵੀ ਇਹੀ ਕੰਮ ਕਰਨਾ ਹੈ। ਇੱਥੇ ਮੁਕਾਬਲਾ ਹੋਏਗਾ, ਮਜ਼ਾ ਫੇਰ ਹੀ ਕੰਮ ਦਾ ਆਏਗਾ, ਤੁਹਾਡੇ ਸਾਰੇ ਮਸਲੇ ਆਪੇ ਸੈੱਟ ਹੋ ਜਾਣੇ ਆ। ਨਾ ਬਾਈਕਾਟ ਦਾ ਇਹਦਾ ਹੱਲ ਹੈ ਕੋਈ, ਤੇ ਜਿਹੜੇ ਰੇਟ ਵੱਧਦੇ ਆ ਨਾ ਇਹ ਵੀ ਸੈੱਟ ਹੋ ਜਾਣਗੇ, ਟਰੈਕਟਰ ਵੀ ਬਿਹਤਰ ਹੋ ਜਾਏਗਾ। ਹੁਣ ਹਰ ਕੰਪਨੀ ਆਪਣਾ ਜ਼ੋਰ ਲਗਾ ਰਹੀ ਹੈ। ਗਾਜ਼ੀ ਵਾਲੇ ਕਹਿ ਰਹੇ ਕਿ ਅਸੀਂ ਬਿਹਤਰ ਕਰੀਏ, ਮਿਲਤ ਵਾਲੇ ਕਹਿੰਦੇ ਅਸੀਂ ਬਿਹਤਰ ਕਰ ਦਈਏ, ਰੇਟ ਵੀ ਨਾ ਵਧਾਈਏ, ਤੇ ਏਟੀਐਸ ਵਾਲੇ ਕਹਿੰਦੇ ਆ ਵੀ ਤਗੜੇ ਹੋ ਜਾਓ ਭਾਈ, ਸਾਡੇ ਮੁਕਾਬਲਾ ਹੁਣ ਟੈਟ ਹੋ ਗਿਆ। ਅਸੀਂ ਕੋਸ਼ਿਸ਼ ਆਪਣੀ ਜਾਰੀ ਰੱਖਣੀ ਹੈ, ਮੈਰਿਟ ਤੇ ਕੰਮ ਕਰਦੇ ਰਹਿਣਾ ਹੈ। ਜੋ ਜਿਹੜਾ ਜਿਸ ਤਰ੍ਹਾਂ ਕਹਿੰਦਾ ਉਹ ਕਹੀ ਜਾਵੇ, ਕੋਈ ਮਸਲਾ ਨਹੀਂ। ਸਾਡਾ ਕੰਮ ਹੀ ਤੁਹਾਨੂੰ ਦੱਸ ਦੇਗਾ ਅਸੀਂ ਸਹੀ ਕਰ ਰਹੇ ਹਾਂ ਗਲਤ ਕਰ ਰਹੇ ਹਾਂ। ਤੇ ਜਿਸ ਤਰ੍ਹਾਂ ਬਿਲਾਲ ਵੀ ਕਹਿ ਰਹੇ ਨੇ ਬਿਲਕੁਲ ਉਸੇ ਤਰ੍ਹਾਂ, ਹਾਂ ਅਲਬੱਤਾ ਸਾਨੂੰ ਨਿਊ ਆਇਲੈਂਡ ਵਾਲੇ ਬੁਲਾਉਂਦੇ ਨੇ, ਏਟੀਐਸ ਵਾਲੇ ਬੁਲਾਉਂਦੇ ਨੇ, ਤੇ ਸਾਡਾ ਜਿਹੜਾ ਪੰਜਾਬ ਸੋਸ਼ਲ ਮੀਡੀਆ ਗਰੁੱਪ ਹੈ ਇਹ ਜ਼ਰੂਰ ਪਹੁੰਚੇਗਾ ਤੇ ਉਹਨਾਂ ਦੀ ਜਿਹੜੀ ਹੈ ਪ੍ਰੋਡਕਟ, ਉਹਨਾਂ ਦੇ ਟਰੈਕਟਰ ਜ਼ਰੂਰ ਵਿਖਾਵੇਗਾ, ਤਾਂ ਕਿ ਸਾਰੇ ਕਿਸਾਨ ਆਪਣੇ ਦਿਲ ਤੋਂ, ਆਪਣੀ ਮਰਜ਼ੀ ਤੋਂ, ਅਗਰ ਉਹਨਾਂ ਦਾ ਦਿਲ ਕਰੇ ਤਾਂ ਖਰੀਦਣ, ਨਾ ਕਰੇ ਤੇ ਨਾ ਖਰੀਦਣ, ਜਿਹੜਾ ਉਹਨਾਂ ਨੂੰ ਚੰਗਾ ਲੱਗੇ ਉਹ ਖਰੀਦਣ। ਅਸੀਂ ਕਿਸੇ ਨੂੰ ਨਹੀਂ ਕਹਿਣਾ ਵੀ ਇਹ ਲਾਜ਼ਮੀ ਖਰੀਦੇ, ਇਹੀ ਗੱਲ ਹੈ। ਮੈਂ ਇੱਕ ਗੱਲ ਹੋਰ ਕਰਨਾ ਚਾਹਾਂਗਾ, ਮੈਂ ਸਟਾਰਟਿੰਗ ਤੇ ਏਟੀਐਸ ਨਾਲ ਸਾਥ ਦਿੱਤਾ ਔਰ ਇਸੇ ਤੋਂ ਦਿੱਤਾ ਕਿ ਕੋਈ ਮੈਰਿਟ ਦੇ ਨਾਲ ਇਹ ਵੀ ਅੱਗੇ ਆਵੇ, ਉਹਨੂੰ ਕਾਮਯਾਬ ਵੀ ਕਰਨ ਤੱਕ ਆਪਣਾ ਪੂਰਾ ਜ਼ੋਰ ਲਗਾਇਆ। ਤੇ ਇਹੀ ਬੰਦੇ ਜਿਹੜੇ ਕਮੈਂਟ ਕਰਕੇ ਕਹਿੰਦੇ ਨਾ ਪੈਸੇ ਖਾ ਦਿਓ, ਕਹਿੰਦੇ ਯਾਰ ਇਹ ਤੇ ਪੁਰਾਣਾ ਮਾਡਲ ਲੈ ਇਹ ਕਿ ਇਹ ਤੇ ਕਾਮਯਾਬ ਹੀ ਨਹੀਂ ਹੋਣਾ। ਉਹ ਹੁਣ ਚੱਲ ਰਿਹਾ, ਕਾਮਯਾਬ ਹੋ ਰਿਹਾ। ਹੁਣ ਦੂਸਰੇ ਪਾਸੇ ਹੋ ਗਏ ਜੀ, ਹੁਣ ਕਹਿੰਦੇ ਆ ਜੀ ਇਹ ਆਪਣਾ ਮਿਲਤ ਵਾਲਿਆਂ ਕੋਲ ਤੁਸੀਂ ਕਿਉਂ ਗਏ? ਤੇ ਫਿਰ ਜੇ ਬਿਹਤਰੀ ਚਾਹੁੰਦੇ ਹੋ ਤੇ ਫਿਰ ਤੇ ਜਾਣਾ ਪਏਗਾ ਭਾਈ, ਸਾਰਿਆਂ ਕੋਲ ਜਾਣਾ ਪਏਗਾ। ਤੇ ਅਸੀਂ ਉਹਨਾਂ ਨੂੰ ਇਨਸ਼ਾਅੱਲਾ ਇਹ ਹੈ ਕਿ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਜਿਸ ਤਰ੍ਹਾਂ ਕਿ ਸਾਡੇ ਜ਼ਿਮੀਂਦਾਰ ਭਾਈਆਂ ਦਾ ਕੋਈ ਅਸੀਂ ਆਪਣੀ ਇੱਕ ਬੋਟੀ ਵਾਸਤੇ ਤੁਹਾਡਾ ਬੱਕਰਾ ਨਹੀਂ ਹਲਾਲ ਕਰਾਂਗੇ। ਇਹ ਮੈਂ ਕਹਿੰਦਾ ਅਸੀਂ ਮੈਰਿਟ ਤੇ ਕੰਮ ਕਰਾਂਗੇ। ਸਾਡਾ ਮਿਸ਼ਨ ਇਹੀ ਹੈ ਕਿ ਸਾਡੇ ਜ਼ਿਮੀਂਦਾਰ ਭਾਈਆਂ ਨੂੰ ਟਰੈਕਟਰ ਚੰਗੇ ਮਿਲਣ। ਪੈਸੇ ਤੇ ਅੱਲਾਹ ਤਾਲਾ ਦੇ ਦਿੰਦਾ ਬੰਦੇ ਨੂੰ, ਤੇ ਅੱਲਾਹ ਤਾਲਾ ਹੀ ਦਿੰਦਾ ਕਿਸੇ ਨੂੰ, ਕੰਪਨੀਆਂ ਨੇ ਸਾਨੂੰ ਕੀ ਦੇ ਦੇਣਾ ਨਾ। ਕੁਝ ਕਹਿੰਦੇ 11ਵੀਂ ਦਾ ਤੇ 12ਵੀਂ ਨੂੰ ਪਤਾ ਲੱਗਦਾ ਹੈ ਨਾ। ਤੇ ਮੈਂ ਵੱਡੀ ਗੱਲ ਨਹੀਂ ਕਰਦਾ, ਲੇਕਿਨ ਇਹ ਹੈ ਕਿ ਥੋੜਾ ਜਿਹਾ ਬਿਹਤਰੀ ਨਜ਼ਰ ਆਈ ਹੈ। 2023 ਮਾਡਲ ਦਾ ਰੰਗ ਵੇਖੋ ਤੇ 24 ਦਾ ਵੇਖੋ, ਹਾਂਜੀ ਫਰਕ ਪੈ ਗਿਆ। ਤੇ ਬਾਕੀ ਜਿਹੜੀਆਂ ਮੇਨ ਚੀਜ਼ਾਂ ਨਾ ਅੰਦਰੋਂ ਮਟੀਰੀਅਲ ਆਸਤਾ ਆਸਤਾ ਬਿਹਤਰ ਹੋਣਾ ਹੈ। ਮਟੀਰੀਅਲ ਯਕਦਮ ਨਹੀਂ ਹੈ, ਇਹ ਜਿਹੜਾ ਕਈਆਂ ਸਾਲਾਂ ਦਾ ਕੰਮ ਵਿਗੜਿਆ ਨਾ ਐਡੀ ਛੇਤੀ ਸਹੀ ਨਹੀਂ ਹੋਣ ਲੱਗਾ, ਇਹ ਆਸਤਾ ਆਸਤਾ ਹੋਣਾ ਹੈ। ਤੇ ਜਿੰਨੀ ਦੇਰ ਨਹੀਂ ਨਾ ਸੈੱਟ ਹੁੰਦਾ ਉਨੀ ਦੇਰ ਅਸੀਂ ਲੱਗੇ ਰਹਾਂਗੇ। ਬਲੈਕਸ ਮਾਡਲ ਜੀ ਉਹਨਾਂ ਨੇ ਕਿਹਾ ਸੀਗਾ ਜਨਵਰੀ ਦੇ ਪਹਿਲੇ ਦੂਸਰੇ ਹਫਤੇ ਅਸੀਂ ਲਾਂਚ ਕਰਾਂਗੇ, ਤੁਹਾਨੂੰ ਇਨਵਾਈਟ ਕਰਾਂਗੇ, ਤੁਸੀਂ ਲੋਕਾਂ ਨੂੰ ਦਿਖਾਇਓ ਔਰ ਜਿਹੜਾ ਉੱਥੇ ਮੈਰਿਟ ਹੋਏਗਾ ਅਸੀਂ ਦੱਸਾਂਗੇ ਭਾਈ ਇਸ ਤਰ੍ਹਾਂ ਦਾ ਹੈ। ਤੇ ਹੁਣ ਜੀ ਆਪਣਾ ਤਕਰੀਬਨ ਅੱਜ ਕਿੰਨੀ 8 ਤਰੀਕ ਹੋ ਗਈ ਹੈ ਤੇ ਅੱਜ ਫਿਲਹਾਲ ਉਹਨਾਂ ਨੇ ਕੰਪਨੀ ਮੇਰੇ ਖਿਆਲ ਬੰਦ ਸੀਗੀ, ਹੁਣ ਮੇਰੇ ਖਿਆਲ ਕੱਲ ਦੀ ਅੱਜ ਹੀ ਮੇਰੇ ਖਿਆਲ ਓਪਨ ਹੋਈ ਹੈ। ਤੇ ਜੇ ਕੋਈ ਉਹਨਾਂ ਨੇ ਕੋਈ ਗੱਲਬਾਤ ਦੱਸੀ ਐਸੇ 15 ਤਰੀਕ ਤੱਕ ਜਾਂ 20 ਤੱਕ ਪਤਾ ਚੱਲ ਜਾਏਗਾ। ਅਗਰ ਮਾਡਲ ਲਾਂਚ ਹੋਣਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ, ਨਾ ਕਰਨਗੇ ਤੇ ਫਿਰ ਜਿਵੇਂ ਦਬੰਗ ਲਾਂਚ ਹੋਇਆ ਸੀ ਫਿਰ ਇਸ ਤਰ੍ਹਾਂ ਹੀ ਹੋ ਜਾਏਗਾ। ਤੇ ਜਾਂਦੀ ਵਾਰੀ ਜੀ ਜੋ ਕੰਪਨੀ ਚੰਗਾ ਕੰਮ ਕਰੇਗੀ ਉਹਦੇ ਟਰੈਕਟਰ ਵਿਕਣਗੇ, ਜੋ ਕੰਪਨੀ ਕੰਮ ਮੰਦੇ ਕਰੇਗੀ ਉਹਦੇ ਟਰੈਕਟਰ ਨਹੀਂ ਵਿਕਣਗੇ। ਤੇ